स्तुति प्रशंसा करें, क्यों ना कुछ होता रहे। स्तुति प्रशंसा करें, क्यों ना कुछ होता रहे। उसको हम भाते रहे, चाहे जहाँ भी रहे। उसको हम भाते रहे, चाहे जहाँ भी रहे। आज का दिन ईश्वर ने बनाया है, हम इसमें आनंदित हो, आनंदित हो। आज का दिन ईश्वर ने बनाया है, हम इसमें आनंदित हो, आनंदित हो, आनंदित हो, आनंदित हो, आनंदित हो, आनंदित हो। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਪਿਆਰੇ ਭੈਣ ਤੇ ਭਰਾਓ, ਆਓ ਇਸ ਨਵੇਂ ਦਿਨ ਦੇ ਲਈ ਜੋ ਪ੍ਰਭੂ ਨੇ ਸਾਨੂੰ ਬਖਸ਼ਿਆ ਹੈ ਉਸ ਦਾ ਧੰਨਵਾਦ ਕਰੀਏ। ਜੋ ਵੀ ਸਾਨੂੰ ਬਰਕਤਾਂ ਮਿਲੀਆਂ ਹਨ, ਨੇਮਤਾਂ ਤੇ ਖੁਸ਼ੀਆਂ ਮਿਲੀਆਂ ਹਨ, ਉਹਨਾਂ ਲਈ ਵੀ ਖੁਦਾ ਦਾ ਧੰਨਵਾਦ ਕਰੀਏ। ਇਸ ਦਿਨ ਨੂੰ ਅਸੀਂ ਪ੍ਰਭੂ ਦੇ ਪਵਿੱਤਰ ਨਾਮ ਤੇ ਸ਼ੁਰੂ ਕਰੀਏ, ਤਾਂ ਜੋ ਸਾਡੇ ਸਾਰੇ ਕੰਮਕਾਰ, ਗਤੀਵਿਧੀਆਂ, ਸਾਡੇ ਵਿਚਾਰ ਦਰੁਸਤ ਰਹਿਣ। ਅਸੀਂ ਖੁਦਾ ਦੀ ਮਰਜ਼ੀ ਅਨੁਸਾਰ ਇਸ ਦਿਨ ਵਿੱਚ ਆਪਣੇ ਸਾਰੇ ਕੰਮਕਾਰ ਕਰ ਸਕੀਏ। ਅੱਜ ਅਸੀਂ ਪਵਿੱਤਰ ਵਚਨ ਦੇ ਅਨੁਸਾਰ ਇਸ ਗੱਲ 'ਤੇ ਧਿਆਨ ਲਾਉਣਾ ਹੈ ਕਿ ਇਸ ਦੁਨੀਆ ਵਿੱਚ ਰਹਿੰਦਿਆਂ, ਇਸ ਸਮਾਜ ਵਿੱਚ ਵਿਚਰਦਿਆਂ, ਇੱਕ ਮਸੀਹੀ ਹੋਣ ਦੇ ਨਾਤੇ ਮੇਰੀ ਇੱਕ ਵੱਖਰੀ ਪਹਿਚਾਣ ਹੈ ਜਾਂ ਨਹੀਂ, ਕਿ ਮੇਰੀ ਇਸ ਮਸੀਹੀ ਪਹਿਚਾਣ ਦੇ ਨਾਲ ਇਸ ਸਮਾਜ ਨੂੰ, ਦੁਨੀਆ ਨੂੰ, ਜਾਂ ਜਿਸ ਇਲਾਕੇ ਵਿੱਚ ਮੈਂ ਰਹਿ ਰਿਹਾ ਹਾਂ ਉਹਨਾਂ ਨੂੰ ਕੋਈ ਫਰਕ ਪੈ ਰਿਹਾ ਹੈ ਜਾਂ ਨਹੀਂ। ਉਹ ਫਰਕ ਤਾਂ ਪਵੇਗਾ ਜੇਕਰ ਅਸੀਂ ਪ੍ਰਭੂ ਦੇ ਵਚਨਾਂ ਉੱਤੇ ਸਹੀ ਤਰੀਕੇ ਨਾਲ ਚੱਲਦੇ ਹਾਂ, ਕਿਉਂਕਿ ਵਚਨਾਂ 'ਚ ਕਹਿੰਦਾ ਹੈ, ਤੁਸੀਂ ਸੰਸਾਰ ਦਾ ਚਾਨਣ ਹੋ। ਚਾਨਣ ਜਾਂ ਲੂਣ ਜਦੋਂ ਇਹ ਘਟਦਾ ਵੱਧਦਾ ਆ, ਉਦੋਂ ਲੋਕਾਂ ਨੂੰ ਉਸ ਦੀ ਕਮੀ ਦਾ ਜਾਂ ਬਹੁਲਤਾ ਦਾ ਅਹਿਸਾਸ ਹੁੰਦਾ ਹੈ। ਇਸੇ ਤਰੀਕੇ ਨਾਲ ਅਸੀਂ ਵੀ ਆਪਣੇ ਆਪ ਦੇ ਵੱਲ ਧਿਆਨ ਦੇਣਾ ਹੈ ਕਿ ਸਾਡਾ ਇਸ ਸੰਸਾਰ ਵਿੱਚ ਰਹਿਣ ਦਾ ਕੋਈ ਮਤਲਬ ਹੈ। ਜੇਕਰ ਹੈ ਤਾਂ ਦੁਨੀਆ ਨੂੰ ਇਸ ਨਾਲ ਕੋਈ ਫਰਕ ਪੈਂਦਾ ਹੈ ਜਾਂ ਨਹੀਂ। ਆਓ ਅਸੀਂ ਪ੍ਰਭੂ ਦੇ ਸੱਚੇ ਪੈਰੋਕਾਰ ਬਣਨ ਲਈ ਅੱਜ ਇਸ ਪਾਕਮਾਂ ਦੀ ਕੁਰਬਾਨੀ ਵਿੱਚ ਖੁਦਾ ਅੱਗੇ ਪ੍ਰਾਰਥਨਾ ਕਰੀਏ। ਇਹਨਾਂ ਪਵਿੱਤਰ ਭੇਦਾਂ ਨੂੰ ਯੋਗਦਾਨ ਨਾਲ ਮਨਾਉਣ ਲਈ ਆਪਣੇ ਆਪ ਦੀ ਤਿਆਰੀ ਕਰੀਏ ਅਤੇ ਜੋ ਗਲਤੀਆਂ ਗੁਨਾਹ ਅਸੀਂ ਕੀਤੇ ਹਨ, ਸੱਚੇ ਦਿਲ ਨਾਲ ਉਹਨਾਂ 'ਤੇ ਪਛਤਾਉਂਦੇ ਹੋਏ ਪ੍ਰਭੂ ਕੋਲ ਮਾਫੀ ਮੰਗੀਏ ਅਤੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ, ਤੂੰ ਹੀ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈ ਜੋ ਸਹੀ ਅਤੇ ਪਾਕ ਹੈ। ਉਹਨਾਂ ਨੂੰ ਪਛਾਣਨ ਲਈ ਸਾਨੂੰ ਪ੍ਰੇਰਨਾ ਦੇ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਉਹਨਾਂ ਨੂੰ ਕਰ ਨਿਭਾਉਣ ਲਈ ਸਾਡੀ ਮਦਦ ਕਰ।
ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਤੇ ਜ਼ਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਾਜਿਆਂ ਦੀ ਪਹਿਲੀ ਪੁਸਤਕ ਵਿੱਚੋਂ ਉਸ ਦਾ 17 ਬਾਬ 7 ਤੋਂ 16 ਆਇਤ ਤੱਕ। ਪਰ ਕੁਝ ਸਮੇਂ ਪਿੱਛੋਂ ਨਾਲਾ ਸੁੱਕ ਗਿਆ ਕਿਉਂਕਿ ਮੀਂਹ ਬਿਲਕੁਲ ਨਹੀਂ ਪਿਆ ਸੀ। ਤਦ ਪ੍ਰਭੂ ਨੇ ਏਲੀਆ ਨੂੰ ਕਿਹਾ, ਤੂੰ ਉੱਠ ਕੇ ਸਿਦੋਨ ਦੇ ਇਲਾਕੇ ਦੇ ਸਾਰਫ ਸ਼ਹਿਰ ਨੂੰ ਜਾ ਅਤੇ ਉੱਥੇ ਰਹਿ। ਮੈਂ ਉੱਥੋਂ ਦੀ ਇੱਕ ਵਿਧਵਾ ਨੂੰ ਆਗਿਆ ਦਿੱਤੀ ਹੈ ਕਿ ਉਹ ਤੇਰੇ ਭੋਜਨ ਦਾ ਪ੍ਰਬੰਧ ਕਰੇ। ਸੋ ਏਲੀਆ ਸਰਾਫਤ ਵੱਲ ਚੱਲ ਪਿਆ ਅਤੇ ਜਦੋਂ ਉਹ ਸਰਾਫਤ ਦੇ ਫਾਟਕ ਕੋਲ ਪਹੁੰਚਿਆ ਤਾਂ ਉਸਨੇ ਇੱਕ ਵਿਧਵਾ ਔਰਤ ਨੂੰ ਉੱਥੇ ਭਾਲਣ ਲਈ ਲੱਕੜੀਆਂ ਚੁਣਦੇ ਵੇਖਿਆ। ਏਲੀਆ ਨੇ ਉਸ ਵਿਧਵਾ ਨੂੰ ਕਿਹਾ, ਮੇਰੇ ਪੀਣ ਲਈ ਥੋੜਾ ਜਿਹਾ ਪਾਣੀ ਲਿਆਉਣਾ। ਜਦੋਂ ਉਹ ਪਾਣੀ ਲੈਣ ਲਈ ਜਾਣ ਲੱਗੀ ਤਾਂ ਏਲੀਆ ਨੇ ਉਸ ਨੂੰ ਕਿਹਾ, ਮੇਰੇ ਲਈ ਇੱਕ ਰੋਟੀ ਵੀ ਲੈ ਆਉਣਾ। ਉਸ ਵਿਧਵਾ ਔਰਤ ਨੇ ਉੱਤਰ ਦਿੱਤਾ, ਜਿਉਂਦੇ ਪ੍ਰਭੂ ਤੇਰੇ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਪੱਕੀ ਰੋਟੀ ਨਹੀਂ ਹੈ। ਮੇਰੇ ਘਰ ਕੇਵਲ ਇੱਕ ਮੁੱਠੀ ਆਟੇ ਦੀ ਅਤੇ ਇੱਕ ਕੁੱਪੀ ਵਿੱਚ ਥੋੜਾ ਜਿਹਾ ਤੇਲ ਹੈ। ਮੈਂ ਇਹ ਲੱਕੜੀਆਂ ਇਕੱਠੀਆਂ ਕਰ ਰਹੀ ਸਾਂ ਕਿ ਮੈਂ ਜਾ ਕੇ ਉਸ ਮੁੱਠ ਆਟੇ ਦੀ ਇੱਕ ਰੋਟੀ ਬਣਾਵਾਂ ਅਤੇ ਮੈਂ ਤੇ ਮੇਰਾ ਪੁੱਤਰ ਉਸ ਆਖਰੀ ਅੰਨ ਨੂੰ ਖਾ ਕੇ ਫਿਰ ਭੁੱਖੇ ਮਰ ਜਾਈਏ। ਏਲੀਆ ਨਬੀ ਨੇ ਉਸ ਵਿਧਵਾ ਨੂੰ ਕਿਹਾ, ਤੂੰ ਕਾਬਰ ਨਾ, ਸਗੋਂ ਜਾ ਕੇ ਰੋਟੀ ਬਣਾ ਅਤੇ ਲਿਆ ਕੇ ਮੈਨੂੰ ਖਵਾ। ਇਸ ਦੇ ਪਿੱਛੋਂ ਤੂੰ ਆਪਣੇ ਅਤੇ ਆਪਣੇ ਪੁੱਤਰ ਲਈ ਭੋਜਨ ਬਣਾਈ। ਪ੍ਰਭੂ ਦਾ ਇਸ ਸੰਬੰਧ ਵਿੱਚ ਇਹ ਵਚਨ ਹੈ, ਤੇਰੇ ਪੀਪੇ ਵਿਚਲੀ ਇੱਕ ਮੁੱਠ ਆਟਾ ਅਤੇ ਕੁੱਪੀ ਵਿਚਲਾ ਥੋੜਾ ਜਿਹਾ ਤੇਲ ਉਸ ਸਮੇਂ ਤੱਕ ਨਹੀਂ ਮੁੱਕੇਗਾ ਜਦੋਂ ਤੱਕ ਮੈਂ ਪ੍ਰਭੂ ਮੀਂਹ ਨਾ ਵਰਾਵਾਂ। ਸੋ ਇਸ ਵਿਧਵਾ ਨੇ ਜਾ ਕੇ ਏਲੀਆ ਦੇ ਕਹੇ ਅਨੁਸਾਰ ਕੀਤਾ ਅਤੇ ਉਹਨਾਂ ਸਭ ਲਈ ਉਸ ਦੇ ਘਰ ਕਾਫੀ ਦਿਨਾਂ ਤੱਕ ਭੋਜਨ ਰਿਹਾ। ਇਸ ਤਰ੍ਹਾਂ ਪ੍ਰਭੂ ਨੇ ਏਲੀਆ ਦੇ ਰਾਹੀਂ ਕਿਹਾ ਸੀ, ਨਾ ਤਾਂ ਪੀਪੇ ਵਿੱਚੋਂ ਆਟਾ ਮੁੱਕਿਆ ਅਤੇ ਨਾ ਹੀ ਕੁੱਪੀ ਵਿਚਲਾ ਤੇਲ ਕੱਟਿਆ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। तेरी नज़ार दी शौक विच हुंदी बेहोश है मेरी जान। तेरी नज़ार दी शौक विच हुंदी बेहोश मेरी जान। तेरे ही कोल ते ऐ खुदा दिल तो मैं रखदा हां ईमान। तेरे ही कोल ते ऐ खुदा दिल तो मैं रखदा हां ईमान।
तेरी उड़ीक विच है खुदा अखियां ते होइयां हन फना तेरी उड़ीक विच है खुदा अखियां ते होइयां हन फना कदों जवाब तू कर लेगा कदों जवाब तू कर लेगा देगा तू तसल्लियां तेरी नज़र शौक विच हुंदी बेहोश है मेरी जान तेरे ही कोल ते है खुदा दिल तो मैं रखदा हां ईमान तेरे ही कोल ते है खुदा दिल तो मैं रखदा हां ईमान। घर घर में अंजील सुनाएंगे प्यारे यीशु का नाम बताएंगे घर घर में अंजील सुनाएंगे प्यारे यीशु का नाम बताएंगे ऐसा छेड़ेंगे मिलकर तराना जागे उठेगा सारा जमाना ऐसा छेड़ेंगे मिलकर तराना जागे उठेगा सारा जमाना भूले भटकों को राह पर लाएंगे प्यारे यीशु का नाम बताएंगे घर घर में अंजील सुनाएंगे प्यारे यीशु का नाम बताएंगे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪਾਵਨ ਪਵਿੱਤਰ ਅੰਜੀਲ ਦਾ ਸੰਮਤੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 5 ਅਧਿਆਇ 13 ਤੋਂ 16 ਆਇਤ। ਤੁਸੀਂ ਧਰਤੀ ਦਾ ਲੂਣ ਹੋ ਪਰ ਜੇਕਰ ਲੂਣ ਹੀ ਫਿੱਕਾ ਪੈ ਜਾਵੇ ਤਾਂ ਉਸ ਦਾ ਸਵਾਦ ਕਿਸ ਤਰ੍ਹਾਂ ਬਹਾਲ ਕੀਤਾ ਜਾਵੇਗਾ। ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਸਿਵਾਏ ਇਸ ਤੇ ਕਿ ਉਸ ਤੋਂ ਬਾਹਰ ਸੁੱਟ ਦਿੱਤਾ ਜਾਵੇ ਅਤੇ ਲੋਕਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਤੁਸੀਂ ਸੰਸਾਰ ਦਾ ਚਾਨਣ ਹੋ ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ ਨਾ ਹੀ ਲੋਕ ਦੀਵਾ ਬਾਲ ਕੇ ਟੋਕਰੀ ਥੱਲੇ ਰੱਖਦੇ ਹਨ ਸਗੋਂ ਦਿਵਾਖੇ ਉੱਤੇ ਰੱਖਦੇ ਹਨ ਅਤੇ ਉਹ ਘਰ ਵਿੱਚ ਸਾਰੇ ਲੋਕਾਂ ਨੂੰ ਚਾਨਣ ਦਿੰਦਾ ਹੈ। ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਚਮਕੇ ਕਿ ਉਹ ਤੁਹਾਡੇ ਭਲੇ ਕੰਮਾਂ ਨੂੰ ਵੇਖਣ ਅਤੇ ਤੁਹਾਡੇ ਬਾਪ ਦੀ ਜੋ ਸਵਰਗ ਵਿੱਚ ਹੈ ਵਡਿਆਈ ਕਰਨ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ ਜਿਸ ਤਰ੍ਹਾਂ ਪ੍ਰਭੂ ਨੇ ਸਾਨੂੰ ਇਹ ਤਮਸੀਲ ਸੁਣਾਈ ਹੈ ਕਿ ਤੁਸੀਂ ਸੰਸਾਰ ਦਾ ਲੂਣ ਹੋ ਤੁਸੀਂ ਸੰਸਾਰ ਦਾ ਚਾਨਣ ਹੋ। ਅਸੀਂ ਵੇਖਦੇ ਹਾਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਸਾਨੂੰ ਲੂਣ ਦੀ ਅਹਿਮੀਅਤ ਦਾ ਉਨਾ ਚਿਰ ਪਤਾ ਨਹੀਂ ਲੱਗਦਾ ਜਿੰਨਾ ਚਿਰ ਉਹ ਸਬਜ਼ੀਆਂ ਵਿੱਚ ਘੱਟ ਜਾਂ ਵੱਧ ਨਾ ਹੋਵੇ। ਜੇਕਰ ਉਹ ਇੱਕ ਹੀ ਸਮਾਨ ਹੋਵੇਗਾ ਤਾਂ ਸਾਨੂੰ ਉਸਦੀ ਹੋਂਦ ਜਾਂ ਅਣਹੋਂਦ ਦਾ ਕਦੀ ਨਹੀਂ ਪਤਾ ਲੱਗਦਾ। ਉਹ ਸਾਰਾ ਕੁਝ ਸਾਨੂੰ ਠੀਕ ਲੱਗਦਾ ਹੈ ਪਰ ਜਦੋਂ ਉਹ ਘੱਟ ਹੁੰਦਾ ਹੈ ਫਿਰ ਉਸਦੀ ਕਮੀ ਮਹਿਸੂਸ ਹੁੰਦੀ ਹੈ ਅਤੇ ਜਦੋਂ ਲੋੜ ਤੋਂ ਵੱਧ ਹੁੰਦਾ ਹੈ ਫਿਰ ਉਸਦੀ ਬਹੁਲਤਾ ਮਹਿਸੂਸ ਹੁੰਦੀ ਹੈ ਕਿ ਇਹ ਹੁਣ ਵੱਧ ਹੈ। ਪਿਆਰਿਓ ਅੱਜ ਅਸੀਂ ਆਪਣੇ ਮਸੀਹੀ ਹੋਣ ਦੇ ਫਰਜ਼ ਉੱਤੇ ਧਿਆਨ ਲਾਉਣਾ ਹੈ ਕਿ ਮੈਂ ਇੱਕ ਮਸੀਹੀ ਹੋਣ ਦੇ ਨਾਂ 'ਤੇ ਇਸ ਸੰਸਾਰ ਵਿੱਚ ਆਪਣੇ ਸਮਾਜ ਵਿੱਚ ਇੱਕ ਵੱਖਰੀ ਪਹਿਚਾਣ ਰੱਖਦਾ ਹਾਂ ਜਾਂ ਨਹੀਂ। ਜੇਕਰ ਪਹਿਲੇ ਪਾਠ 'ਤੇ ਆਪਾਂ ਧਿਆਨ ਲਾਈਏ ਅਸੀਂ ਸੁਣਿਆ ਕਿ ਏਲੀਆ ਨਬੀ
ਇੱਕ ਵਿਧਵਾ ਕੋਲ ਜਾਂਦਾ ਹੈ ਅਤੇ ਉਹ ਵਿਧਵਾ ਉਸ ਅੱਗੇ ਕੋਈ ਸਵਾਲ ਨਹੀਂ ਕਰਦੀ, ਜਦ ਕਿ ਉਸ ਨੂੰ ਦੇਖ ਕੇ ਉਹ ਸਮਝ ਜਾਂਦੀ ਹੈ ਕਿ ਖੁਦਾ ਨੂੰ ਮੰਨਣ ਵਾਲਾ, ਖੁਦਾ ਉੱਤੇ ਈਮਾਨ ਰੱਖਣ ਵਾਲਾ ਉਸ ਦਾ ਸੱਚਾ ਪੈਰੋਕਾਰ ਹੈ। ਉਸ ਨੂੰ ਦੇਖਣ ਤੋਂ ਹੀ ਉਹ ਸਮਝ ਜਾਂਦੀ ਹੈ। ਅਤੇ ਜਦੋਂ ਉਹ ਇਹ ਕਹਿੰਦਾ ਹੈ ਕਿ ਮੈਨੂੰ ਪਾਣੀ ਲਿਆ ਕੇ ਦਿਓ ਅਤੇ ਮੈਨੂੰ ਭੋਜਨ ਲਿਆ ਕੇ ਦਿਓ, ਉਹ ਮਨਾ ਨਹੀਂ ਕਰਦੀ। ਉਸ ਅਕਾਲ ਦੇ ਵਿੱਚ ਉਸ ਕੋ ਜੋ ਥੋੜ੍ਹਾ ਜਿਹਾ ਸੀ, ਸ਼ਾਇਦ ਇੱਕ ਸਮੇਂ ਦਾ ਭੋਜਨ, ਉਸ ਭੋਜਨ ਦੇ ਲਈ ਉਹ ਕੁਰਬਾਨੀ ਕਰਦੀ ਹੈ ਅਤੇ ਉਸੇ ਭੋਜਨ ਨੂੰ ਤਿਆਰ ਕਰਕੇ ਉਸ ਨਬੀ ਨੂੰ ਦਿੰਦੀ ਹੈ ਜੋ ਖੁਦਾ ਦਾ ਸੱਚਾ ਪੈਰੋਕਾਰ ਹੈ, ਉਸ ਦਾ ਮੰਨਣ ਵਾਲਾ ਹੈ, ਉਸ ਦਾ ਨਬੀ ਹੈ। ਮੰਨ ਲਓ ਜੇਕਰ ਉਸ ਵਿਧਵਾ ਨੇ ਇਸ ਤਰ੍ਹਾਂ ਨਹੀਂ ਕੀਤਾ ਹੁੰਦਾ ਤੇ ਉਸ ਦਾ ਉਹ ਦਿਨ ਆਖਰੀ ਦਿਨ ਹੋਣਾ ਸੀ। ਜਦ ਕਿ ਜਦੋਂ ਇਸ ਤਰ੍ਹਾਂ ਕਰਦੀ ਹੈ ਤਾਂ ਪ੍ਰਭੂ ਦਾ ਜੋ ਵਚਨ ਹੈ ਨਬੀ ਦੇ ਰਾਹੀਂ ਇੱਕ ਵਰਦਾਨ ਸਾਬਿਤ ਹੁੰਦਾ ਹੈ ਕਿ ਉਸ ਦੇ ਕੋਲ ਜੋ ਵੀ ਕੁਝ ਹੁੰਦਾ ਹੈ ਉਸ ਪੂਰੇ ਅਕਾਲ ਦੇ ਦੌਰਾਨ ਖਤਮ ਨਹੀਂ ਹੁੰਦਾ। ਪਿਆਰਿਓ, ਏਲੀਆ ਨਬੀ ਨੂੰ ਸਾਰੇ ਇਸਰਾਇਲ ਦੇ ਵਿੱਚ ਇੱਕ ਮਹਾਨਬੀ ਮੰਨਿਆ ਗਿਆ, ਖੁਦਾ ਦਾ ਸੱਚਾ ਪੈਰੋਕਾਰ ਮੰਨਿਆ ਗਿਆ। ਖੁਦਾ ਦੇ ਪੈਰੋਕਾਰਾਂ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਵਿੱਚ ਕੁਰਬਾਨੀ ਦੀ ਭਾਵਨਾ ਹੁੰਦੀ ਹੈ, ਦੂਜਿਆਂ ਦੇ ਲਈ ਕੁਰਬਾਨੀ ਕਰਨ ਦੀ ਭਾਵਨਾ ਹੁੰਦੀ ਹੈ। ਫਿਰ ਦੂਜਿਆਂ ਦੀ ਭਲਾਈ ਕਰਨ ਦੇ ਲਈ, ਦੂਜਿਆਂ ਦੇ ਪ੍ਰਤੀ ਨੇਕੀ ਵਾਲਾ ਸੁਭਾਅ ਰੱਖਣ ਲਈ ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਪਿਆਰਿਓ, ਜੇਕਰ ਅਸੀਂ ਚਾਹੁੰਦੇ ਹਾਂ ਕਿ ਮਸੀਹ ਹੋਣ ਦੇ ਨਾਂ 'ਤੇ ਇਸ ਸਮਾਜ ਵਿੱਚ ਆਪਣੀ ਪਹਿਚਾਣ ਨੂੰ ਬਰਕਰਾਰ ਰੱਖੀਏ ਤਾਂ ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਹੈ ਕਿ ਮੇਰੀ ਹੋਂਦ ਜਾਂ ਅਣਹੋਂਦ ਨਾਲ ਮੇਰੇ ਆਸੇ-ਪਾਸੇ ਰਹਿਣ ਵਾਲੇ ਲੋਕਾਂ ਨੂੰ ਫਰਕ ਪੈ ਰਿਹਾ ਜਾਂ ਨਹੀਂ। ਜਦੋਂ ਮੈਂ ਕਿਤੇ ਕੰਮ 'ਤੇ ਜਾਂਦਾ ਹਾਂ, ਮੇਰੇ ਵਿੱਚ ਉਹ ਸੱਚਾਈ, ਇਮਾਨਦਾਰੀ, ਨੇਕੀ ਹੈ ਜਿਸ ਦੇ ਨਾਲ ਮੈਂ ਆਪਣੇ ਕੰਮਾਂ ਨੂੰ ਕਰਦਾ ਹਾਂ, ਅਤੇ ਜਿਸ ਦਿਨ ਮੈਂ ਛੁੱਟੀ ਕਰਦਾ ਹਾਂ ਅਤੇ ਉਹਨਾਂ ਲੋਕਾਂ ਨੂੰ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਕਿ ਹਾਂਜੀ ਅੱਜ ਇਹ ਬੰਦਾ ਨਹੀਂ ਆਇਆ। ਇਸੇ ਤਰ੍ਹਾਂ ਭਾਵੇਂ ਅਸੀਂ ਘਰ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਜਾਂ ਜਿੱਥੇ ਕਿਤੇ ਵੀ ਹੋਈਏ, ਤੁਸੀਂ ਮਸੀਹੀ ਹੋ। ਜੇਕਰ ਤੁਸੀਂ ਸੱਚੇ ਮਸੀਹੀ ਹੋ ਤਾਂ ਲੋਕ ਆਪਣੇ ਆਪ ਤੁਹਾਨੂੰ ਪਹਿਚਾਨਣਗੇ ਅਤੇ ਤੁਹਾਡੀ ਪ੍ਰਸ਼ੰਸਾ ਕਰਨਗੇ, ਤੁਹਾਡੇ ਸਾਹਮਣੇ ਵੀ, ਤੁਹਾਡੇ ਬਾਅਦ ਵਿੱਚ ਵੀ। ਅਤੇ ਇਸੇ ਤਰੀਕੇ ਨਾਲ ਉਹ ਜੋ ਪ੍ਰਸ਼ੰਸਾ ਹੈ, ਉਹ ਜੋ ਮਹਿਮਾ ਹੈ, ਉਹ ਤੁਹਾਡੇ ਲਈ ਨਹੀਂ ਹੈ। ਵਚਨ ਦੇ ਅਨੁਸਾਰ ਉਹ ਕਿਸ ਦੇ ਲਈ ਹੈ? ਉਹ ਖੁਦਾ ਬਾਪ ਦੇ ਲਈ ਹੈ ਜੋ ਸਵਰਗ ਵਿੱਚ ਹੈ। ਇਹੀ ਪ੍ਰਭੂ ਦੀ ਮਰਜ਼ੀ ਹੈ ਕਿ ਸਾਡੇ ਕੰਮਾਂ ਕਾਰਾਂ ਦੇ ਰਾਹੀਂ ਖੁਦਾ ਬਾਪ ਦੀ ਜੋ ਸਵਰਗ ਵਿੱਚ ਹੈ ਉਸ ਦੀ ਮਹਿਮਾ ਹੋਵੇ, ਅਸੀਂ ਉਹਦੇ ਸੱਚੇ ਪੈਰੋਕਾਰ ਬਣ ਕੇ ਰਹੀਏ। ਆਓ ਇਸ ਫਜ਼ਲ ਲਈ ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ। ਹੈ ਪ੍ਰਭੂ, ਸਾਨੂੰ ਸੱਚੇ ਪੈਰੋਕਾਰ ਬਣਨ ਦਾ ਵਰਦਾਨ ਬਖਸ਼ੋ। ਅਸੀਂ ਆਪਣੇ ਕੰਮਾਂ ਕਾਰਾਂ ਵਿੱਚ, ਸੋਚਾਂ ਵਿਚਾਰਾਂ ਵਿੱਚ ਸਹੀ ਤਰੀਕੇ ਨਾਲ ਤੁਹਾਡੇ ਵਚਨ ਨੂੰ ਅਪਣਾ ਕੇ ਉਸ ਦੇ ਅਨੁਸਾਰ ਫਲ ਪੈਦਾ ਕਰ ਸਕੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਤਾਰੀਫ ਦਾ ਮੈਂ ਦੇਵਾਂ ਬਲੀਦਾਨ, ਪਲੇ ਆਇਆ ਜਦੋਂ ਯਾਦ ਕਰਾਂ। ਤਾਰੀਫ ਦਾ ਮੈਂ ਦੇਵਾਂ ਬਲੀਦਾਨ, ਪਲੇ ਆਇਆ ਜਦੋਂ ਯਾਦ ਕਰਾਂ। ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆ, ਵਾਂਗਰੇਲੀਆ ਦੇ ਕੀਤਾ ਸੀਨੇਹਾ। ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆ, ਵਾਂਗਰੇਲੀਆ ਦੇ ਕੀਤਾ ਸੀਨੇਹਾ। ਭਾਵੇਂ ਹੋਏ ਭੁੱਖੇ ਸ਼ੇਰ ਮੈਨੂੰ ਉਸ ਕੀਤਾ ਸੀ ਸ਼ੇਰ, ਭਾਵੇਂ ਹੋਏ ਭੁੱਖੇ ਸ਼ੇਰ ਮੈਨੂੰ ਉਸ ਕੀਤਾ ਸੀ ਸ਼ੇਰ। ਚੰਗੀਆਂ ਚੀਜ਼ਾਂ ਨਾਲ ਕੀਤਾ ਸੀ ਜਵਾਨ, ਪਲੇ ਆਇਆ ਜਦੋਂ ਯਾਦ ਕਰਾਂ। ਤਾਰੀਫ ਦਾ ਮੈਂ ਦੇਵਾਂ ਬਲੀਦਾਨ,
पले आया जदों याद करां, पले आया जदों याद करां, पले आया जदों याद करां। ਪ੍ਰਭੂ ਤੋਂ ਪਹਿਲਾਂ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਗੁਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਬਖਸ਼ ਦੇ ਕਿ ਸਾਡੀ ਪ੍ਰਭੁਤਾਈ ਸੇਵਾ ਦਾ ਇਹ ਨਜ਼ਰਾਨਾ ਤੇਰੇ ਲਈ ਪ੍ਰਵਾਨਯੋਗ ਹੋਵੇ ਅਤੇ ਤੇਰੇ ਲਈ ਸਾਡੇ ਪਿਆਰ ਨੂੰ ਵਧਾ ਦੇਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਸਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਨਾਂ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। हे प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ
ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਲਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਫੈਟਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੇਠਨ ਦੀ ਮੇਟ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸਨ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਸਹੀ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਨ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अति जलाल युगो युग तेरा ही है। ऐ प्रभु यीशु मसीह, आप तो अपने रसूलां ਨੂੰ ਆਖਿਆ ਮੈਂ ਤਾਂ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਜੋ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ, ਐ ਯਿਸੂ ਪਿਆਰੇ ਤੂੰ
मेरे दिल दे बगीचे विच आ जा ऐ यीशु प्यारे तू इस दिल नू कर ले अपना वाली हो जा तू इस दिल नू कर ले अपना वाली हो जा तू मेरे दिल विच वास करी है यीशु प्यारे तू मेरे दिल विच वास करी है यीशु प्यारे तू होरां दे प्यार तो की लेना मेरा इको प्यारा तू होरां दे प्यार तो की लेना मेरा इको प्यारा तू मेरे दिल दे बगीचे विच आ जा ऐ यीशु प्यारे तू मेरे दिल दे बगीचे विच आ जा ऐ यीशु प्यारे तू इस दिल नू कर ले अपना वाली हो जा तू इस दिल नू कर ले अपना वाली हो जा तू ਅਸੀਂ प्रार्थना करिए है प्रभु तेरे रूह की मुड़ बहाली करने वाली शक्ति जो इस साक्रामेंट विच काम करती है वो सानू तेरे तो दूर रखने वाली हर बुराई तो चंगा करे अते नेकी दे राह उत्ते साडी अगवाई करे साडे प्रभु यीशु मसीह दे राहीं आमीन प्रभु तुहाडे नाल होवे अति तुहाडी रूह नाल भी होवे सर्व शक्तिमान खुदा बाप ਅਤੇ बेटा ਤੇ रूह पाक ਤੁਹਾਨੂੰ ਸਭ ਨੂੰ ਬਰਕਤ ਦੇਵੇ आमीन ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ खुदा दा शुक्र होवे दुआ याद कर ऐ नहायत मेहरबान कुआरी मरियम भई कदी नहीं सुनया गया कि कोई भी तेरी पनाह लभदियां तेरी मदद चाहदियां तेरी सिफारिश मंगदियां तेथों खाली गया होवे ऐ कुआरी कुआरियां दी अते मेरी मां इस तसल्ली नाल मैं तेरे कोल नस के आउंदा हां अते तेरे अगे खलो के मैं गुनाही रोंदा हां ऐ दे तारे होए कलाम दी मां तू मेरी अर्ज़ां नूं हकीर ना जान सगों मेहरबानी नाल सुन अते कबूल कर आमीन मां मरियम शांति दी रानी साडे लई दुआ कर रहेगा नाम सदा तीकर मसीदा रहेगा नाम सदा तीकर मसीदा रहेगा जब तलक सूरज रहेगा जब तलक सूरज रहेगा खुदा दा पाक ना है शान वाला खुदा दा पाक ना है शान वाला सदा तीकर मुबारक को रहेगा
सदा तीकर मुबारक हो रहेगा।